ਰਾਵਾਂ ਡੰਡਿਆਂ ਤੇ ਸੜਕਾਂ ਖਾਲੀ ਬਨੇਰੇ ਤੇ ਨਾ ਕਾਂ ਬੋਲਦਾ। ਰਾਵਾਂ ਡੰਡੀਆਂ ਤੇ ਸੜਕਾਂ ਖਾਲੀ ਬਨੇਰੇ ਤੇ ਨਾ ਕਾਂ ਬੋਲਦਾ। ਡੋਰੀ ਆਸ ਵਾਲੀ ਟੁੱਟਦੀ ਜਾਵੇ, जुदाई विच दिल डोलदा। डोरी आस वाली टुटदी जावे, जुदाई विच दिल डोलदा। रावां डंडियां ते सड़कां खाली बनेरे ते लकां बोलदा। तेरिया उड़ीकां विच दिन ढल चले आ। तेरिया उड़ीकां विच दिन ढल चले आ। हौली हौली तारियां ने अंबरां नूं मल्लिया। हौली हौली तारियां ने अंबरां नूं मल्लिया। दीवा सदरां दा बुझ बुझ जावे, विछोड़ा मेरी जान रोलदा। दीवा सदरां दा बुझ बुझ जावे, विछोड़ा मेरी जान रोलदा। रावां डंडियां ते सड़कां खाली बनेरे ते ना ਕਾਂ ਬੋਲਦਾ। अस्सलाम वालेकुम नाज़रीन, तुसी वेख रहे हो आजिज़ टीवी। आजिज़ टीवी ਨੂੰ ਕਰੋ ਸਬਸਕ੍ਰਾਈਬ ਤੇ ਆਓ ਤੁਹਾਨੂੰ ਲੈ ਕੇ ਚੱਲੀਏ ਮੁਹਤਰਮ ਬਸ਼ਾਰਤ ਅਹਿਮਦ ਬਸ਼ਾਰਤ ਹੋਰਾਂ ਦੇ ਕੋਲ, ਜਿਨ੍ਹਾਂ ਦਾ ਸੋਹਣਾ ਪੰਜਾਬੀ ਕਲਾਮ ਤੁਸੀਂ ਹੁਣ ਮੇਰੇ ਕੋਲੋਂ ਸੁਣਿਆ। ਤੇ ਬਸ਼ਾਰਤ ਅਹਿਮਦ ਬਸ਼ਾਰਤ ਹੋਰਾਂ ਕੋਲੋਂ ਫਿਰ ਪੁੱਛੀਏ ਕਿ ਪੰਜਾਬ ਦੇ ਉਹ ਸੋਹਣੇ ਰੰਗ ਕੀ ਨੇ ਤੇ ਉਹ ਪੁਰਾਣਾ ਕਲਚਰ ਕੀ ਹੈ ਤੇ ਉਹਦੇ ਤੇ ਕੀ ਤਬਸਰਾ ਫਰਮਾਉਂਦੇ ਨੇ। ਜੀ ਬਸ਼ਾਰਤ ਸਾਹਿਬ। अस्सलाम वालेकुम रहमतुल्लाह। ਜ਼ਿੰਦਗੀ ਮੇਰੇ ਸੋਹਣੇ ਰੱਬ ਦੀ ਦੇਣ ਹੈ ਤੇ ਅੱਲਾਹ ਤਾਲਾ ਨੇ ਇਨਸਾਨ ਨੂੰ ਆਪਣੇ ਪਿਆਰ ਮੁਹੱਬਤ ਤੇ ਇਸ਼ਕ ਵਿੱਚ ਪੈਦਾ ਕੀਤਾ ਹੈ ਤੇ ਪੈਦਾਇਸ਼ੀ ਤੌਰ ਤੇ ਇਨਸਾਨ ਨੂੰ ਅੱਲਾਹ ਤਾਲਾ ਨੇ ਆਜ਼ਾਦੀ ਦਾ ਹੱਕ ਜਿਹੜਾ ਹੈ ਉਹ ਵੀ ਨਾਲ ਹੀ ਅਤਾ ਫਰਮਾਇਆ। ਪਿੰਡਾਂ ਦੀ ਜ਼ਿੰਦਗੀ ਬੜੀ ਹੱਦ ਤੱਕ ਇਨਸਾਨ ਦੀ ਆਜ਼ਾਦੀ ਦੀ ਤਰਜਮਾਨੀ ਕਰਦੀ ਹੈ ਤੇ ਅਗਰ ਮੈਂ ਕਹਾਂ ਕਿ ਆਜ਼ਾਦੀ ਦਾ ਅਸਲ ਮਫਹੂਮ ਜਿਹੜਾ ਉਹ ਸਿੱਖਣ ਵਾਸਤੇ ਇਨਸਾਨ ਨੂੰ ਪੌਦਿਆਂ, ਫਸਲਾਂ, ਦਰਖਤਾਂ, ਆਬਸ਼ਾਰਾਂ, ਨਦੀਆਂ ਨਾਲਿਆਂ ਤੇ ਪਹਾੜਾਂ ਤੇ ਰੇਗਿਸਤਾਨਾਂ ਦਾ ਸਫ਼ਰ ਕਰਨਾ ਪਏ ਜਾਂ ਉਹਨਾਂ ਦੇ ਨਾਲ ਰਹਿ ਕੇ ਜ਼ਿੰਦਗੀ ਗੁਜ਼ਾਰਨ ਦਾ ਮੌਕਾ ਮਿਲੇ ਤੇ ਫਿਰ ਹੀ ਇਨਸਾਨੀ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਉਹ ਕਿਸੇ ਹੱਦ ਤੱਕ ਪੂਰਾ ਹੁੰਦਾ ਹੈ। ਕਿਹੜਾ ਮਕਸਦ? ਇਲਮ ਪੜ੍ਹਨ ਦਾ, ਇਲਮ ਜਾਣਨ ਦਾ, ਇਸ ਕਾਇਨਾਤ ਨੂੰ, ਇਹਦੇ 'ਤੇ ਗੌਰੋ ਫਿਕਰ ਕਰਨ ਦਾ, ਇਹਦੇ ਨਾਲ ਇਨਸਾਨ ਇਹਦੇ ਨਾਲ ਜੁੜ ਕੇ ਰਹਿਣ ਦੇ ਨਤੀਜੇ ਦੇ ਵਿੱਚ ਇਲਮ ਦੇ ਐਸੇ ਖਜ਼ਾਨੇ ਮਿਲਦੇ ਨੇ ਜਿਹੜੇ ਸਾਰੇ ਜਹਾਨ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਉਹ ਵੀ ਤੁਸੀਂ ਛਾਣ ਲਓ ਤੇ ਉੱਥੇ ਉਹ ਚੀਜ਼ਾਂ ਨਹੀਂ ਮਿਲਦੀਆਂ। ਇਹਦਾ ਮਤਲਬ ਹਰਗਿਜ਼ ਇਹ ਨਹੀਂ ਕਿ ਇਨਸਾਨ ਨੂੰ ਤਾਲੀਮ ਨਹੀਂ ਹਾਸਿਲ ਕਰਨੀ ਚਾਹੀਦੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ, ਇਹ ਹਰਗਿਜ਼ ਨਹੀਂ। ਲੇਕਿਨ ਨੇਚਰ ਦੇ ਨਾਲ ਜੁੜ ਕੇ ਰਹਿਣਾ ਜਿਹੜਾ ਹੈ ਉਹ ਇੰਝ ਹੀ ਹੈ ਜਿਵੇਂ ਸੋਨੇ 'ਤੇ ਸੁਹਾਗਾ ਹੈ। ਗੱਲ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕੀਤੀ ਸੀ, ਹੁਣ ਵੀ ਉਸੇ ਗੱਲ ਨੂੰ ਜਾਰੀ ਰੱਖਾਂਗੇ ਕਿ ਪਿੰਡ ਦੀ ਰਹਿਤਲ ਤੇ ਪਿੰਡ ਦੀ ਜ਼ਿੰਦਗੀ ਜਿਹੜੀ ਹੈ ਉਹਦੇ ਕੀ ਮਜ਼ੇ ਨੇ ਤੇ ਉਹਦੇ ਕੀ ਨਜ਼ਾਰੇ ਨੇ। ਇਨਸਾਨ ਜਦੋਂ ਸੁਬਹ ਉੱਠਦਾ ਹੈ, ਇੱਕ ਹਾਲੀ, ਇੱਕ ਮਿਹਨਤਕਸ਼ ਦਿਹਾਤ ਦੇ ਵਿੱਚੋਂ ਉੱਠਦਿਆਂ ਹੀ
ਸੁਬਾਹ ਦੀ ਤਾਜ਼ੀ ਹਵਾ ਉਹਦਾ ਸਵਾਗਤ ਕਰਦੀ ਹੈ, ਉਹਦੀਆਂ ਅੱਖਾਂ ਖੋਲ੍ਹਦੀ ਹੈ, ਉਹਨੂੰ ਜ਼ਿੰਦਗੀ ਬਖਸ਼ਦੀ ਹੈ। ਪਿੰਡਾਂ ਦੇ ਵਿੱਚ ਮੁਖਤਲਿਫ ਕਿਸਮ ਦੇ ਫੁੱਲਾਂ ਦੀਆਂ ਖੁਸ਼ਬੂਆਂ, ਪੱਤਿਆਂ ਦੀਆਂ ਹਵਾਵਾਂ, ਪੱਤਿਆਂ ਦੇ ਨਾਲ ਟਕਰਾਉਂਦੀਆਂ ਹਵਾਵਾਂ, ਪਿੱਪਲਾਂ ਦੇ ਪੱਤੇ ਤਾੜੀ ਵਜਾਉਂਦੇ ਹੋਏ, ਅਤੇ ਕਿਤੇ ਬੋਹੜ ਦੀਆਂ ਛਾਵਾਂ, ਅਤੇ ਕਿਤੇ ਵਗਦੀਆਂ ਨਹਿਰਾਂ, ਇਹ ਸਾਰੀਆਂ ਜਿਹੜੀਆਂ ਨੇ ਇਨਸਾਨ ਨੂੰ ਇੰਝ ਲੱਗਦਾ ਹੈ ਜਿਵੇਂ ਲੋਰੀ ਦਿੰਦੀਆਂ ਨੇ, ਜਿਵੇਂ ਉਹਦਾ ਦਿਲ ਬਹਿਲਾਉਂਦੀਆਂ ਨੇ। ਅਤੇ ਇਹਦੇ ਵਿੱਚ ਹੀ ਪਿੰਡਾਂ ਦੀ ਜ਼ਿੰਦਗੀ ਦੇ ਕੁਝ ਕਰੈਕਟਰ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੇ ਨਾਲ ਜਿਹੜੇ ਸਾਰੇ ਪਿੰਡ ਦੀ ਰੌਣਕ ਹੁੰਦੇ ਨੇ। ਉਹਨਾਂ ਦੇ ਵਿੱਚ ਕੁਝ ਮਾਈਆਂ ਅਤੇ ਕੁਝ ਬਾਬੇ ਹੁੰਦੇ ਨੇ ਜਿਨ੍ਹਾਂ ਦੀ ਬੇਇੱਜ਼ਤੀ ਕਰਨਾ ਹਰਗਜ਼ ਕਿਸੇ ਦਾ ਮਕਸਦ ਨਹੀਂ ਹੁੰਦਾ, ਲੇਕਿਨ ਚੂੰਕਿ ਉਹ ਆਪਣੀ ਤਬੀਅਤ ਦੇ ਲਿਹਾਜ਼ ਦੇ ਨਾਲ ਇਨਫਰਾਦੀ ਹੁੰਦੇ ਨੇ, ਇਸ ਲਈ ਨੌਜਵਾਨ ਕੁੜੀਆਂ ਅਤੇ ਮੁੰਡੇ ਬਾਜ਼ ਬਾਬਿਆਂ ਨੂੰ ਛੇੜਦੇ ਨੇ, ਅਤੇ ਜਿਹਦੇ ਨਤੀਜੇ ਦੇ ਵਿੱਚ ਬਾਜ਼ ਦਫਾ ਬਾਬੇ ਜਿਹੜੇ ਨੇ ਉਹ ਛਿੜ ਕੇ ਗਾਲਾਂ ਵੀ ਕੱਢਦੇ ਨੇ ਅਤੇ ਉਹਨਾਂ ਨੂੰ ਬੁਰਾ ਭਲਾ ਵੀ ਕਹਿੰਦੇ ਨੇ। ਔਰ ਇਹ ਉਹਨਾਂ ਕੁੜੀਆਂ ਅਤੇ ਮੁੰਡਿਆਂ ਦੀ ਇੱਕ ਖੇਡ ਜਿਹੜੀ ਹੈ ਉਹ ਵੀ ਆਪਣਾ ਹੀ ਰੰਗ ਰੱਖਦੀ ਹੈ। ਇਸੇ ਤਰ੍ਹਾਂ ਹੀ ਕੁਝ ਮਾਈਆਂ ਵੀ ਹੁੰਦੀਆਂ ਨੇ ਜਿਹੜੀਆਂ ਬਾਜ਼ ਗੱਲਾਂ ਤੋਂ ਚਿੜਦੀਆਂ ਨੇ, ਲੇਕਿਨ ਪਿੰਡ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਉਹਨਾਂ ਨੂੰ ਛੇੜ ਕੇ ਅਤੇ ਆਪਣਾ ਜਿਹੜਾ ਹੈ ਟਾਈਮ ਜਿਹੜਾ ਹੈ ਉਹ ਪਾਸ ਕਰਦੇ ਨੇ। ਇਨਸਾਨੀ ਜ਼ਿੰਦਗੀ ਇੱਕ ਦੂਸਰੇ ਦੇ ਨਾਲ ਜੁੜ ਕੇ ਰਹਿਣ ਦਾ ਨਾਮ ਹੈ। ਪਿੰਡ ਦੇ ਲੋਕ ਮੁਹੱਬਤ ਦੀ ਵੀ ਅਖੀਰ ਕਰ ਦਿੰਦੇ ਨੇ, ਅਤੇ ਪਿਆਰ ਜਿਹੜਾ ਹੈ ਇੰਝ ਲੱਗਦਾ ਹੈ ਕਿ ਜਿਵੇਂ ਉਹਨਾਂ ਦੀਆਂ ਰਗਾਂ ਦੇ ਵਿੱਚ ਦੌੜਦਾ ਹੈ। ਇਸ ਵਾਸਤੇ ਇਲਮ ਜਿਹੜਾ ਹੈ ਉਹਦੀ ਵੀ ਬੁਨਿਆਦ ਜਿਹੜੀ ਹੈ ਉਹ ਨੇਚਰ ਦੇ ਨਾਲ ਹੀ ਹੈ, ਜੁੜੀ ਹੋਈ। ਸ਼ੁਰੂ ਦੇ ਵਿੱਚ ਜਦੋਂ ਇਨਸਾਨ ਨੂੰ ਲਿਖਣਾ ਪੜ੍ਹਨਾ ਨਹੀਂ ਸੀ ਆਉਂਦਾ ਅਤੇ ਯੂਨੀਵਰਸਿਟੀਆਂ ਵੀ ਨਹੀਂ ਸੀ ਹੈਗੀਆਂ, ਅਤੇ ਉਸ ਜ਼ਮਾਨੇ ਦੇ ਵਿੱਚ ਇਨਸਾਨ ਨੇ ਕਿੱਥੋਂ ਸਿੱਖਿਆ? ਉਹਨੇ ਪਹਾੜ ਦੇਖੇ, ਉਹਨੇ ਨਦੀਆਂ ਨਾਲੇ ਦੇਖੇ, ਆਬਸ਼ਾਰਾਂ ਦੇਖੀਆਂ, ਦਰਖਤਾਂ ਨੂੰ ਦੇਖਿਆ। ਨੇਚਰ ਦੀ ਹਰ ਚੀਜ਼ ਦੇ ਵਿੱਚ ਉਹ ਰਹਿੰਦਾ ਸੀ, ਉਹਦੇ ਨਾਲ ਜੁੜੀ ਹੋਈ ਸੀ ਅਤੇ ਉਹਨੂੰ ਉਹ ਵੇਖਦਾ ਸੀ। ਉਹਨਾਂ ਨੂੰ ਹੀ ਦੇਖਦਿਆਂ ਹੋਇਆਂ ਉਹਨੇ ਮੁਖਤਲਿਫ ਚੀਜ਼ਾਂ ਦੇ ਨਾਮ ਰੱਖੇ। ਆਹਿਸਤਾ ਹੋਰ ਡਿਵੈਲਪਮੈਂਟ ਜਿਹੜੀ ਉਹ ਹੁੰਦੀ ਗਈ, ਅਤੇ ਇਨਸਾਨ ਦਾ ਜਿਉਂ ਸ਼ਾਊਰ ਬੇਦਾਰ ਹੁੰਦਾ ਗਿਆ, ਇਹਨਾਂ ਚੀਜ਼ਾਂ ਦੇ ਵਿੱਚ ਵੁਸਅਤ ਆਉਂਦੀ ਗਈ। ਅਸੀਂ ਕਹਿ ਸਕਦੇ ਹਾਂ ਕਿ ਅਸਲ ਇਲਮ ਜਿਹੜਾ ਹੈ ਬੁਨਿਆਦ ਇਹਦੀ ਜਿਹੜੀ ਹੈ ਉਹ ਨੇਚਰ ਤੋਂ ਹੀ ਰੱਖੀ ਗਈ ਹੈ, ਅਤੇ ਪਿੰਡਾਂ ਦੇ ਨਾਲ ਅਤੇ ਨੇਚਰ ਦੇ ਨਾਲ ਹੀ ਇਹਦਾ ਤਅੱਲੁਕ ਹੈ। ਮੇਰੇ ਖਿਆਲ 'ਚ ਇੱਕ ਸ਼ਹਿਰ ਦੇ ਗੁੰਜਾਨ ਆਬਾਦੀ ਦੇ ਵਿੱਚ, ਇਲਾਕੇ ਦੇ ਵਿੱਚ ਪੈਦਾ ਹੋਣ ਵਾਲਾ ਇਨਸਾਨ ਅਤੇ ਇੱਕ ਪਿੰਡ ਦੇ ਖੁੱਲ੍ਹੀ ਹਵਾ ਦੇ ਵਿੱਚ ਪੈਦਾ ਹੋਣ ਵਾਲਾ ਇਨਸਾਨ ਜਿਹੜਾ ਹੈ ਉਹਦੀ ਸੋਚ ਦਾ ਹਜ਼ਾਰਾਂ ਗੁਣਾ ਦਾ ਫਰਕ ਹੈ। ਮੇਰੇ ਨਜ਼ਦੀਕ ਜਿਹੜਾ ਬੰਦਾ ਨੇਚਰ ਤੋਂ ਦੂਰ ਰਹਿੰਦਾ ਹੈ, ਦਰਖਤਾਂ ਤੋਂ, ਖੇਤ ਖਲਿਆਣ ਤੋਂ, ਪਹਾੜਾਂ ਤੋਂ, ਰੇਗਿਸਤਾਨਾਂ ਤੋਂ, ਯਾਨੀ ਸਾਰੀਆਂ ਨੈਚੁਰਲ ਚੀਜ਼ਾਂ ਤੋਂ ਜਿਹੜਾ ਬੰਦਾ ਦੂਰ ਰਹਿੰਦਾ ਹੈ, ਮੇਰੇ ਖਿਆਲ ਨਾਲ ਉਹ ਅਕਲੀ ਲਿਹਾਜ਼ ਦੇ ਨਾਲ ਬਾਲਗ ਨਹੀਂ ਹੁੰਦਾ, ਕਿਉਂਕਿ ਉਹਨੂੰ ਨਹੀਂ ਪਤਾ ਕਿ ਕਿਹੜੇ ਟਾਈਮ ਦੇ ਉੱਤੇ ਮੌਸਮ ਬਦਲਦੇ ਨੇ, ਕਿਹੜੇ ਟਾਈਮ 'ਤੇ ਸਰਦੀਆਂ ਆਉਂਦੀਆਂ। ਕੈਲੰਡਰ 'ਚੋਂ ਤਾਂ ਉਹ ਪੜ੍ਹ ਲਏਗਾ, ਮਤਾਲਿਆ ਵੀ ਕਰ ਲਏਗਾ, ਲੇਕਿਨ ਅਮਲੀ ਤੌਰ ਦੇ ਉੱਤੇ ਉਹਨਾਂ ਚੀਜ਼ਾਂ ਤੋਂ ਲੁਤਫ ਅੰਦੋਜ਼ ਹੋਣਾ ਅਤੇ ਮਜ਼ਾ ਉਠਾਉਣਾ ਜਿਹੜਾ ਇਹਦਾ ਇੱਕ ਆਪਣਾ ਰੰਗ ਹੈ। ਫਸਲਾਂ ਨੂੰ ਦੇਖਣਾ, ਕਦੋਂ ਫੁੱਲ ਲੱਗਦੇ ਨੇ, ਕਦੋਂ ਬਹਾਰ ਦਾ ਮੌਸਮ ਹੈ, ਕਦੋਂ ਪਤਝੜ ਆਉਂਦੀ ਹੈ, ਕਦੋਂ ਗਰਮੀਆਂ ਆਉਂਦੀਆਂ ਨੇ, ਕਦੋਂ ਸਰਦੀਆਂ ਆਉਂਦੀਆਂ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੇਖਣ ਦੇ ਨਾਲ ਤਅੱਲੁਕ ਰੱਖਦੀਆਂ, ਔਰ ਇਹ ਇਨਸਾਨ ਨੂੰ ਸ਼ਊਰ ਦਿੰਦੀਆਂ ਨੇ, ਇਲਮ ਜਿਹੜਾ ਨਾ ਉਹ ਅਤਾ ਕਰਦੀਆਂ ਨੇ, ਔਰ ਇਨਸਾਨ ਦੀ ਸੋਚ ਜਿਹੜੀ ਹੈ ਉਹ ਵਸੀਹ ਹੁੰਦੀ ਹੈ। ਇਨਸਾਨ ਦੇ ਵਿੱਚ ਬਰਦਾਸ਼ਤ ਦਾ ਮਾਦਾ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ। ਅਤੇ ਇਹਦੇ ਨਾਲ ਇਨਸਾਨ ਇੱਕ ਦੂਸਰੇ ਦੇ ਕੋਲੋਂ ਜੁੜੇ ਹੋਣ ਦੇ ਨਤੀਜੇ ਦੇ ਵਿੱਚ ਬਹੁਤ ਕੁਝ ਸਿੱਖਦਾ ਹੈ, ਜਿਹੜਾ ਸ਼ਹਿਰਾਂ ਦੇ ਵਿੱਚ ਇਹਦੀ ਨਿਸਬਤ ਬਹੁਤ ਘੱਟ ਹੈ। ਲੇਕਿਨ ਵਕਤ ਦੇ ਨਾਲ ਇੱਕ ਪੀੜ੍ਹੀ ਆਉਂਦੀ ਹੈ ਅਤੇ ਉਹ ਇਨਸਾਨ ਦੀ, ਅਤੇ
ਉਹ ਗੁਜ਼ਰ ਜਾਂਦੀ ਹੈ ਤੇ ਨਵੇਂ ਲੋਕ ਧਰਤੀ ਦੇ ਉੱਤੇ ਪੈਦਾ ਹੁੰਦੇ ਨੇ। ਤੇ ਜਦੋਂ ਕੋਈ ਪਰਦੇਸੀ ਵਾਪਸ ਪਰਦੇਸ ਜਾਂਦਾ ਹੈ, ਆਪਣੇ ਦੇਸ਼ ਜਾਂਦਾ ਹੈ, 60 70 ਸਾਲ 40 ਸਾਲ ਬਾਅਦ ਜਾ ਕੇ ਤੇ ਉਹ ਆਪਣੇ ਉਹਨਾਂ ਪਿੰਡਾਂ ਨੂੰ ਵੇਖਦਾ ਹੈ ਤੇ ਉੱਥੇ ਤੇ ਨਕਸ਼ਾ ਹੀ ਬਦਲ ਗਿਆ ਹੁੰਦਾ, ਉੱਥੇ ਗੱਲਾਂ ਕੁਝ ਹੋਰ ਹੁੰਦੀਆਂ। ਸ਼ਾਇਦ ਮੈਂ ਐਨ ਚੰਦ ਸ਼ੇਰਾਂ ਦੇ ਨਾਲ ਇਹਦੀ ਸਹੀ ਰੰਗ ਦੇ ਵਿੱਚ ਤਰਜਮਾਨੀ ਕਰ ਸਕਾਂ। ਜਦੋਂ ਉਹਨੂੰ ਉਹ ਬੰਦੇ ਨਹੀਂ ਮਿਲਦੇ, ਉਹ ਦੋਸਤ ਨਹੀਂ ਮਿਲਦੇ, ਉਹ ਯਾਰ ਨਹੀਂ ਮਿਲਦੇ, ਤੇ ਦਿਲ ਤੇ ਕੀ ਗੁਜ਼ਰਦੀ ਹੈ, ਇਹ ਵੀ ਇੱਕ ਅਜੀਬ ਮੰਜ਼ਰ ਹੈ। ਤੇ ਮੇਰਾ ਪਿੰਡ, ਮੇਰੇ ਪਿੰਡ ਦੀਏ ਧਰਤੀਏ ਦੱਸ ਮੈਨੂੰ, ਮੇਰੇ ਪਿੰਡ ਦੀਏ ਧਰਤੀਏ ਦੱਸ ਮੈਨੂੰ, ਮੇਰੇ ਹੀਰਿਆਂ ਜਏ ਦਿਲਦਾਰ ਕਿੱਥੇ, ਜਿਹੜੇ ਖਿੜੇ ਸੀ ਫੁੱਲਾਂ ਦੇ ਵਾਂਗ ਸਾਰੇ, ਕਰਾਂ ਉਹਨਾਂ ਦਾ ਅੱਜ ਦੀਦਾਰ ਕਿੱਥੇ। ਫਜ਼ਲ ਦੀਨ ਮਾਸਟਰ ਦਾ ਭਰਾ ਰੱਖਾ, ਮੁਨਸ਼ੀ ਖਾਨ ਤੇ ਮੀਆਂ ਖਾਨ ਕਿੱਥੇ, ਮੁਕੰਮਲ ਦੀਨ ਖੁਰਸ਼ੈਦ ਗਫੂਰ ਕਿੱਥੇ, ਬਾਬਾ ਦੁੱਲਾ ਇਕਰਾਮ ਜੈ ਯਾਰ ਕਿੱਥੇ, ਰੂੜੀ ਰੂੜਾਦਾਰੋ ਤੇ ਚਿਰਾਗ ਸੂਫੀ, ਬਾਬੇ ਦੂਦੇ ਦਾ ਮਿਲੇ ਨਿਸ਼ਾਨ ਕਿੱਥੇ। ਮੈਨੂੰ ਦੱਸ ਪਾਵੀਂ ਰੁਸਤਮ ਭਲਵਾਨ ਦੀ ਤੂੰ, ਨਾਲੇ ਦੱਸ ਜਾ ਸਾਈਂ ਕਮਿਆਰ ਕਿੱਥੇ। ਅਲੀ ਮੁਹੰਮਦ ਬਰਕਤ ਤੇ ਹਮੀਦ ਬੋਲਾ, ਇਬਰਾਹੀਮ ਸੌਦਾਗਰ ਅਲਾ ਲੋਕ ਕਿੱਥੇ, ਬਸ਼ੀਰ ਮੇੜ ਤੇ ਵੀਰੀ ਭਲਵਾਨ ਕਿੱਥੇ, ਹਸਨ ਮੁਹੰਮਦ ਦਾ ਕਰਾਂ ਦੀਦਾਰ ਕਿੱਥੇ। ਬਾਬਾ ਰੁਲੀਆ ਤੇ ਈਦੂ ਦੀ ਯਾਦ ਤਾਜ਼ਾ, ਤਾਜ ਕਮਿਆਰ ਸਲਾਮਤ ਆਵਾਨ ਕਿੱਥੇ। ਪੀਰੂ ਅਨਸਾਰੀ ਦੇ ਘਰ ਕੋਲ ਸ਼ਾਹ ਮੰਦਾ, ਬਾਬਾ ਨਿਆਜ਼ ਫਤਿਹ ਸਰਦਾਰ ਕਿੱਥੇ। ਬਾਬਾ ਖੁਸ਼ੀਆ ਤੇ ਨੂਰ ਸਮੰਦ ਵੀ ਨਹੀਂ, ਮਾਜਾ ਕਸਾਈ ਹਕੀਮ ਵਜ਼ੀਰ ਕਿੱਥੇ। ਕਰਮਦੀਨ ਮੰਦੋ ਗੁਲਾਮ ਰਸੂਲ ਕਾਲਾ, ਬਾਬਾ ਬੱਕੀ ਅਲਿਆਸ ਚੌਕੀਦਾਰ ਕਿੱਥੇ। ਮੇਰਦੀਨ ਬਸ਼ੀਰ ਸਦੀਕ ਨਿੱਕੂ, ਬਾਬਾ ਲੱਭੂ ਤੇ ਸਾਈਂ ਦਿਲਦਾਰ ਕਿੱਥੇ। ਬਰਕਤ ਕੁਰੈਸ਼ੀ ਬੂਟਾ ਤੇ ਗੁਲਾਮ ਕਾਦਰ, ਬਾਬਾ ਗਾਈਆ ਸੀਲਾ ਰਾਜਪੂਤ ਕਿੱਥੇ। ਮਾਝਾ ਮਰਾਸੀ ਮਨਜ਼ੂਰਾ ਕਮਿਆਰ ਵਰਗੇ, ਸਿੱਠਾਂ ਕਹਿਣ ਵਾਲੇ ਜੀਦਾਰ ਕਿੱਥੇ। ਮੇਰੀ ਅੱਖਾਂ ਦੇ ਤਾਰੇ ਉਹ ਲੋਕ ਸਾਰੇ, ਲੱਭੇ ਉਹਨਾਂ ਜਿਹੀ ਅੱਜ ਬਹਾਰ ਕਿੱਥੇ। ਚਾਚਾ ਜਾਨ ਬੂਟਾ ਸਰਵਰ ਯਾਰ ਮੇਰਾ, ਟੁੰਡਾ ਲਾੜ ਤੇ ਖੁਸ਼ੀਆ ਪਹਿਲਵਾਨ ਵਰਗੇ, ਸਭੇ ਫੁੱਲ ਸੀ ਸਦਾ ਬਹਾਰ ਮੇਰੇ, ਬਿਨਾਂ ਇਹਨਾਂ ਦੇ ਚਮਨ ਨਿਖਾਰ ਕਿੱਥੇ। ਤੂੰ ਗੁੰਮ ਕੀਤਾ ਡੋਗਰ ਖਾਨ ਮੇਰਾ, ਤੂੰ ਖੋਹ ਲਿਆ ਰਾਣਾ ਮੁਖਤਾਰ ਮੇਥੋਂ, ਮੇਰੇ ਪਿੰਡ ਤੂੰ ਹੁਣ ਨਹੀਂ ਪਿੰਡ ਮੇਰਾ, ਦਿਲ ਕਰੇਗਾ ਤੇਰਾ ਇਤਬਾਰ ਕਿੱਥੇ। ਤੇਰੇ ਖੇਤ ਖਲਿਆਣ ਤੇ ਨਹਿਰ ਰਾਵਾਂ, ਛਾਂ ਟਾਹਲੀਆਂ ਦੀ ਮੈਨੂੰ ਆਖਦੀ ਏ, ਜਿਨ੍ਹਾਂ ਨਾਲ ਬਹਾਰ ਸੀ ਲੱਦ ਗਇਓ, ਖੁਸ਼ੀ ਹਾਸਿਆਂ ਦੇ ਸ਼ਾਹਕਾਰ ਕਿੱਥੇ। ਮੇਰੀ ਜ਼ਾਤ ਦੀ ਤਸਬੀਹ ਦੇ ਸਭ ਮੋਤੀ, ਵੇਲੇ ਤੋੜ ਕੇ ਮਿੱਟੀ ਵਿੱਚ ਦਫਨ ਕੀਤੇ, ਖਾਲੀ ਸਾਵਾਂ ਦਾ ਧਾਗਾ ਹੈ ਕੋਲ ਮੇਰੇ, ਟੁੱਟ ਜਾਣ ਤੋਂ ਇਹਨੂੰ ਇਨਕਾਰ ਕਿੱਥੇ। ਗੁੱਡੀ ਪਿਆਰ ਦੀ ਕਰਕੇ ਬੋ ਕਾਟਾ, ਗੁੱਡੀ ਪਿਆਰ ਦੀ ਕਰਕੇ ਬੋ ਕਾਟਾ, ਧਰਤੀ ਪਿੰਡ ਦੀ ਖਾ ਗਈ ਦੌਰ ਮੇਰਾ, ਹਨੇਰੀ ਮੌਤ ਦੀ ਚਲੀ ਤੇ ਚੱਲਦੀ ਰਹੀ, ਬਸ਼ਾਰਤ ਲੱਭਦਾ ਉਸ ਦੇ ਯਾਰ ਕਿੱਥੇ। ਖੁਦਾ ਹਾਫਿਜ਼, ਖੁਦਾ ਹਾਫਿਜ਼।